ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ, ਤੁਰ ਤੂੰ ਰੱਖਦਾ ਆਇਆ। ਪ੍ਰਹਲਾਦ ਜਨ ਤੁਧ ਰਾਖ ਲੈ ਹਰ ਜਿਉ, ਹਰ ਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪਰਤੀਤੈ ਹਰ ਜਿਉ, ਮਨ ਮੁਖ ਪਰਮ ਭੁਲਾਇਆ। ਹਰ ਜੀਏ ਤੇਰੀ ਵਡਿਆਈ, ਭਗਤਾਂ ਕੀ ਪੈਜ ਰਖ ਤੂੰ ਸੁਆਮੀ, ਭਗਤ ਤੇਰੀ ਸਰਨਾਈ। ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ। ਤਰਤ ਸੁਆਵੀ ਤਾਲ ਸੁਆਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ। ਜੈ ਜੈਕਾਰ ਪਿਆ ਜਗ ਅੰਤਰ, ਲਾਤੇ ਸਗਲ ਵਿਸੂਰੇ। ਪੂਰਨ ਪੁਰਖ ਅਚੁਤ ਅਬਿਨਾਸੀ, ਜਸ ਵੇਦ ਪੁਰਾਣੀ ਗਾਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਆਪਣਾ ਬਿਰਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ। ਆਹੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ, ਹਿਰਦੇ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰੰਗ, ਜਪਿਓ ਸਰੰਗ ਪਾਣੀ। ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। परम सन्मानयोग गुरु साध संगत जी, गज बज के फतेह बुलाओ। वाहिगुरु जी का खालसा, वाहिगुरु जी की फतेह। आपां श्री गुरु ग्रंथ साहिब का पहला प्रकाश दिवस मना रहे हाँ। एक धार्मिक ग्रंथां की परंपरा है कि ग्रंथ जड़े ने ਉਹ ਇੱਕ ਜੀਵਨ ਦਾ ਮਾਰਗ, ਇੱਕ ਜੀਵਨ ਦਾ ਉਪਦੇਸ਼ ਹੁੰਦਾ ਹੈ। ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਰਗ ਜਿਹੜਾ ਸੀਗਾ, ਉਹ ਇੱਕ ਨਿਵੇਕਲਾ ਹੀ ਸੀਗਾ। ਉਹ ਇੱਕ ਸਾਂਝੀ ਵਾਲਤਾ ਨੂੰ ਸੰਦੇਸ਼ ਸੀਗਾ। ਜਿਹੜੇ ਧਾਰਮਿਕ ਗ੍ਰੰਥ ਹੋਰ ਹੁੰਦੇ ਨੇ, ਉਹਨਾਂ ਨੂੰ ਗੁਰੂ ਦੀ ਪਦਵੀ ਨਹੀਂ, ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜੋਤ, ਇੱਕ ਪ੍ਰਕਾਸ਼ ਜਿਹਦੇ ਵਿੱਚ ਕਿ ਸਮਾਇਆ ਹੋਇਆ ਹੈ ਕਿ ਕਲਗੀਧਰ ਪਿਤਾ ਨੇ ਆਪਣੀ ਜੋਤ, ਆਪਣਾ ਪ੍ਰਕਾਸ਼ ਜਿਹੜਾ ਸੀਗਾ ਉਹ ਗ੍ਰੰਥ ਸਾਹਿਬ ਦੇ ਸਮਾ ਕੇ ਤੇ ਕੀ ਹੁਕਮ ਕੀਤਾ ਸੀਗਾ ਪੂਰੇ ਸਮਾਜ ਨੂੰ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ 10 ਪਾਤਸ਼ਾਹ ਜੀ 15 ਭਗਤਾਂ ਦੀ, ਭੱਟਾਂ ਦੀ, ਗੁਰੂ ਸਾਹਿਬਾਨ ਦੀ, 6 ਗੁਰੂ ਸਾਹਿਬਾਨ ਦੀ ਬਾਣੀ, ਉਹਨਾਂ ਦੀ ਆਪਣੀ ਵਸੀਅਤ, ਆਪਣੀ ਵਿਲ ਕਿ ਜਦੋਂ ਕਿ ਕਲਗੀਧਰ ਪਿਤਾ ਨੇ ਹੁਕਮ ਲਗਾਤਾ ਸੀ ਕਿ ਹੁਕਮ ਹੈਗਾ ਆ ਕਿ ਇਹ ਗ੍ਰੰਥ ਸਾਹਿਬ ਜਿਹੜਾ ਹੈ ਇਹ ਗੁਰਤਾ ਗੱਦੀ ਇਸ ਨੂੰ ਹੈ ਤੇ ਇਸ ਦੀ ਆਪਣੀ ਕੁਝ ਮਰਿਆਦਾ ਵੀ ਹੈ ਕਿ ਜਿਸ ਤਰ੍ਹਾਂ ਕਿ ਸਾਫ ਰੁਮਾਲੇ ਨਾਲ ਇਹਨਾਂ ਸਜਾਉਣਾ ਹੈ, ਉੱਪਰ ਚਾਨਣੀ ਕਰਨ ਦੇ ਲਈ ਪਲਕਾਂ ਸਾਹਿਬ ਨੇ और होर भी पूरी सफाई करके इहदे अगे करने के अरदास करनी, मर्यादा कीर्तन करना, इस तरह करके कुछ मर्यादा सीगियां जड़ियां के लागू कीतियां ने। पर समय समय पैन दे बाद किस तरह को जो सिखां नूं भीड़ां आईयां, सिख परिवार तो विछड़ गए, जंगलों में रहन लग गए और ये जड़ियां मर्यादा सीगियां आस्ते आस्ते भंग हुंदियां गईयां। पर जदों बाबा नानक सिंह जी आए ने तो बाबा नानक सिंह जी ने इस मर्यादा नूं कि जो अकाल पुरख वालों गुरु नानक साहब, गुरु गोबिंद सिंह जी, गुरु अर्जन देव महाराज जी वालों मर्यादा लगाई गई सी, उस मर्यादा नूं फिर इन्होंने अगे पहरा दिता है, इस नूं अगे चलाया है। तो गुरबाणी की है एक मार्ग है, एक यूनीवर्सल मैसेज है। इस भुलेखे च नहीं रहना कि भी ये सिर्फ सिखां दा ग्रंथ हैगा जां कोई
ਵੱਡੀਆਂ ਜਾਤਾਂ ਜਾਂ ਕੋਈ ਨੀਵੀਆਂ ਜਾਤਾਂ ਦੇ ਲਈ ਜਾਂ ਕੋਈ ਹੋਰਨਾਂ ਦੇ ਲਈ, ਇਹ ਸਾਰਿਆਂ ਦੇ ਲਈ ਸਾਂਝੇ ਇੱਕ ਮੈਸੇਜ ਹੈਗਾ, ਇੱਕ ਪੈਗਾਮ ਹੈਗਾ ਆ। ਇਹ ਸਿਰਫ ਇੱਕ ਧਾਰਮਿਕ ਗ੍ਰੰਥ ਨਹੀਂ ਹੈਗਾ ਕਿ ਚਲੋ ਇੱਕ ਜੀਵਨ ਦਾ ਮਾਰਗ ਨਹੀਂ ਹੈਗਾ, ਇਹ ਸਾਰਿਆਂ ਦੇ ਲਈ ਸਾਂਝਾ ਉਪਦੇਸ਼ ਹੈਗਾ, ਮਨੁੱਖੀ ਸਾਂਝੀ ਵਾਲਤਾ ਦੇ ਵਿੱਚ ਉਪਦੇਸ਼ ਹੈਗਾ ਆ। ਇੱਕ ਚੌਮਿਆਰਾਂ ਦਾ ਵੀ ਲਿਖਿਆ ਹੋਇਆ ਇਹਦੇ ਵਿੱਚ ਗ੍ਰੰਥ ਹੈਗਾ ਆ, ਇਹ 'ਚ ਹਿੰਦੂਆਂ ਦਾ ਵੀ ਲਿਖਿਆ ਹੈ, ਇਹਦੇ ਨਾਮਦੇਵ ਦਾ ਵੀ ਲਿਖਿਆ ਹੈ, ਮੁਸਲਮਾਨ ਕਬੀਰ ਜੀ ਦਾ, ਫਰੀਦ ਜੀ ਦਾ ਵੀ, ਇਹਨਾਂ ਸਾਰਿਆਂ ਦੀ ਜਿਹੜੀ ਕਲਾਮ ਹੈਗੀ ਆ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਆਮ ਤੌਰ 'ਤੇ ਜਦੋਂ ਪ੍ਰਚਾਰਕ ਕਹਿੰਦੇ ਨੇ ਕਿ ਇੱਕ ਗੁਲਦਸਤਾ ਹੈਗਾ ਆ, ਜਿਸ ਤਰ੍ਹਾਂ ਕਿ ਇੱਕ ਗੁਲਦਸਤੇ ਦੇ ਵਿੱਚ ਕਈ ਤਰ੍ਹਾਂ ਦੇ ਫੁੱਲ ਹੁੰਦੇ ਨੇ ਪਰ ਸਾਰੀ ਖੁਸ਼ਬੂ ਇੱਕ ਹੁੰਦੀ ਹੈ, ਇਸੇ ਹੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਇਹਦੇ ਵਿੱਚ ਸਾਨੂੰ ਸੰਦੇਸ਼, ਇੱਕ ਮੈਸੇਜ ਇਹੀ ਹੈਗਾ ਆ ਕਿ ਯੂਨੀਵਰਸਲ ਅਪਰੋਚ ਦੇ ਲਈ, ਇੱਕ ਹਰ ਇੱਕ ਮਨੁੱਖੀ ਜਾਮੇ ਦੀ ਭਲਾਈ ਦੇ ਲਈ, ਹਰ ਇੱਕ ਇਨਸਾਨ ਦੀ ਭਲਾਈ ਦੇ ਲਈ, ਹਰ ਜੀਵ ਜੰਤ ਦੀ ਭਲਾਈ ਦੇ ਲਈ ਉਹਨੂੰ ਇੱਕ ਮਾਰਗ ਦੱਸਿਆ ਹੈਗਾ ਆ। ਤੇ ਗੁਰਬਾਣੀ ਜਿਸ ਤਰ੍ਹਾਂ ਕਿ ਪਹਿਲਾ ਪ੍ਰਕਾਸ਼ ਜਦੋਂ ਹੋਇਆ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਉਦੋਂ ਗ੍ਰੰਥ ਸਾਹਿਬ ਸੀਗੇ, ਇਹ ਪੋਥੀ ਸੀਗਾ, ਤੇ ਉਦੋਂ ਕੀ ਉਹ ਪਹਿਲਾ ਹੁਕਮਨਾਮਾ ਲਿਆ ਸੀ ਬਾਬਾ ਬੁੱਢਾ ਜੀ ਨੇ, ਉਹ ਸੀਗਾ ਕਿ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਜੈ ਜੈ ਕਾਰ ਪਿਆ ਜਗੰਤਰ, ਲਾਥੇ ਸਗਲ ਵਸੂਰੇ। ਵਸੂਰੇ ਕਹਿੰਦਾ ਚਿੰਤਾ ਫਿਕਰ, ਕਿ ਜਦੋਂ ਬਾਬਾ ਬੁੱਢਾ ਜੀ ਨੇ, ਜਿਨ੍ਹਾਂ ਨੇ ਕਿ ਪਹਿਲੇ ਗ੍ਰੰਥੀ ਸਾਹਿਬ ਜੀ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਜਿਹੜੀ ਸੀ, ਲਿਖਾਈ ਜਿਹੜੀ ਸੀਗੀ ਰਾਮਸਰ ਗੁਰਦੁਆਰਾ ਸਾਹਿਬ ਵਿਖੇ ਸੀਗੀ, ਔਰ ਪਹਿਲਾ ਪ੍ਰਕਾਸ਼ ਜਿਹੜਾ ਕੀਤਾ ਸੀ ਸੰਨ 1604 ਦੇ ਵਿੱਚ, ਕਿਉਂਕਿ ਜਦੋਂ ਪਹਿਲਾਂ ਪਿਛਲੇ 3-4 ਸਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਕਿ ਗੁਰਦਾਸਪੁਰ ਦੇ ਇਲਾਕੇ ਜਾਂ ਹੋਰ ਪੰਜਾਬ ਦੇ ਇਲਾਕੇ 'ਚ ਬੈਠ ਕੇ ਧਰਮ ਦਾ ਪ੍ਰਚਾਰ ਕੀਤਾ ਹੈ, ਤਾਂ ਗੁਰੂ ਸਾਹਿਬ ਜੀ ਨੇ ਬੜੀਆਂ ਖਾਮੀਆਂ ਦੇਖੀਆਂ ਕਿ ਐਵੇਂ ਜਿਹੜੇ ਐਰੇ ਗਹਿਰੇ ਬੰਦੇ ਸੀਗੇ ਜਾਂ ਸਮਾਜਿਕ ਜਿਹੜੇ ਉਲਟੇ ਸਿੱਧੇ ਕੰਮ ਕਰਨ ਵਾਲੇ ਸੀਗੇ, ਔਰ ਕਿਸੇ ਨਾ ਕਿਸੇ ਕਲਾਮ ਦੇ ਉੱਤੇ ਜਿਹਨਾਂ ਨੇ ਨਾਨਕ ਪਦ ਲਿਖ ਕੇ ਤਾਂ ਉਸ ਨੂੰ ਮਤਲਬ ਕਹਿ ਦਿੰਦੇ ਕਿ ਗੁਰੂ ਨਾਨਕ ਦੀ ਬਾਣੀ ਹੈ, ਤਾਂ ਫਿਰ ਇਸ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਜੀ ਨੇ ਤਰਤੀਬਵਾਰ ਸਾਰੀ ਬਾਣੀ ਜਿਹੜੀ ਸੀਗੀ ਰਾਗਾਂ ਦੇ ਵਿੱਚ, ਪਹਿਲਾ ਗੁਰੂ ਸਾਹਿਬਾਨ ਦੀ ਬਾਣੀ, ਭਗਤਾਂ ਦੀ ਬਾਣੀ, ਅਸ਼ਟਪਦੀਆਂ, ਸ਼ਲੋਕ, ਇਸ ਤਰ੍ਹਾਂ ਕਰਕੇ ਹਰ ਬਾਣੀ ਨੂੰ ਦਰਜ ਕੀਤਾ ਗਿਆ ਹੈਗਾ ਆ ਕਿ ਕਿਤਨੇ ਅੰਗ ਨੇ, ਕਿਤਨੇ ਇਹਦੇ ਪਦੀਆਂ ਨੇ, ਕਿੰਨੀਆਂ ਅਸ਼ਟਪਦੀਆਂ ਨੇ, ਸਾਰਾ ਤਰਤੀਬਵਾਰ ਦੇ ਵਿੱਚ। ਔਰ ਇਸ ਤੋਂ ਪਹਿਲਾਂ ਕਿ ਦਾਸ ਸਾਹਿਬ ਜੀ ਨਾਲੇ ਬੱਚਿਆਂ ਜ਼ਰੂਰ ਸਾਂਝੇ ਕਰ ਦੇਵੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਥਾਪਨਾ ਸਾਰੀ ਕੀਤੀ ਗਈ ਹੈਗੀ ਹੈ, ਉਹ ਹੈਗੀ ਆ ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਈ ਵੀ ਰਾਗ ਸ਼ੁਰੂ ਕਰਦੇ ਨੇ, ਕੋਈ ਵੀ ਅਸ਼ਟਪਦੀਆਂ ਸ਼ੁਰੂ ਕਰਨੇ ਲਿਖਣ ਦੇ ਲਈ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੂਲ ਮੰਤਰ ਦਾ ਪਾਠ ਲਿਖਿਆ ਹੈਗਾ। ਤਾਂ ਇਤਨਾ ਹੈ ਕਿ ਮੂਲ ਮੰਤਰ ਦੇ ਵਿੱਚ ਵੀ ਇਤਨੀ ਹੀ ਸ਼ਕਤੀ ਹੈ ਕਿ ਜਿਤਨੇ ਕਿ ਕੋਈ ਵੀ ਬਾਣੀ ਪੜ੍ਹ ਲਵੋ, ਇਸੇ ਤਰ੍ਹਾਂ ਮੂਲ ਮੰਤਰ ਨੂੰ ਵੀ ਕਿ ਕਈ ਖਰਬਾਂ ਪਾਠ ਹੁੰਦੇ ਨੇ। ਜਦੋਂ ਕਿ ਬਾਬਾ ਨੰਦ ਸਿੰਘ ਦੀ ਬਰਸੀ ਮਨਾਈ ਜਾਂਦੀ ਹੈ 13 ਭਾਦੋਂ ਤਕਰੀਬਨ 29 ਅਗਸਤ ਨੂੰ ਹਰ ਸਾਲ ਨੂੰ, ਤਾਂ ਖਰਬਾਂ ਹੀ 10 ਕਰੋੜਾਂ ਨਹੀਂ ਕਹਿੰਦਾ, ਖਰਬਾਂ ਹੀ ਪਾਠਾਂ ਦੇ ਮੂਲ ਮੰਤਰ ਪਾਠ ਦੇ ਭੋਗ ਅਰਦਾਸ ਹੁੰਦੀ ਹੈਗੀ ਆ। ਕਈ ਸੰਪਟ ਅਖੰਡ ਪਾਠ ਸਾਹਿਬ ਹੁੰਦੇ ਨੇ, ਕਈ ਅਖੰਡ ਪਾਠ ਸਾਹਿਬ ਹੁੰਦੇ ਨੇ, ਕਈ ਤੁਕ ਵਾਲੇ ਸੰਪਟ ਪਾਠ ਹੁੰਦੇ ਨੇ। ਇਹ ਸਾਰੇ ਪਾਠ ਹੁੰਦੇ ਨੇ ਕਾਹਦੇ ਲਈ? ਇੱਕ ਮਾਨਵਤਾ ਦੀ ਭਲਾਈ ਦੇ ਲਈ। ਨਾਨਕਸਰ ਦੇ ਸਥਾਨ ਦੇ ਵਿਖੇ ਕਿਸੇ ਵੀ ਸਾਂਝੇ, ਕਿਸੇ ਵੀ ਬੰਦੇ, ਕਿਸੇ ਵੀ ਕਮੇਟੀ ਦੇ ਬਾਰੇ ਕੋਈ ਅਰਦਾਸ ਨਹੀਂ ਹੁੰਦੀ, ਉੱਥੇ ਹਮੇਸ਼ਾ ਅਰਦਾਸ ਹੁੰਦੀ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਤੇ ਸਿੱਖ ਨੇ ਅਰਦਾਸ ਹੀ ਕਰਨੀ ਹੈਗੀ ਆ ਕਿ ਸਮੁੱਚੇ ਕਾਇਨਾਤ ਦੀ ਭਲਾਈ ਦੇ ਲਈ, ਸਮੁੱਚੇ ਸਮਾਜ ਦੀ ਭਲਾਈ ਦੇ ਲਈ ਅਰਦਾਸ ਕਰਨੀ ਹੈ। ਉਹਨੇ ਤਾਂ ਇਹੀ ਅਰਦਾਸ ਕਰਨਾ ਕਿ ਸੱਚੇ ਪਾਤਸ਼ਾਹ ਮੇਰਾ ਵੀ ਭਲਾ ਕਰ ਤੇ ਸਾਰੇ ਸਮਾਜ ਦਾ ਹੀ ਭਲਾ ਕਰ।
देखो फिर साडे जीवन 'ਚ कितना आनंद आएगा। तो जदों बाबा बुढ़ा जी ने हुक्मनामा की लिया सीगा कि संतां के कारज, इस भी राग दे विच है कि संतां के कारज आप खलोया, खलोया कहंदे ने कि खलोता पूरे कीते। भगतां दे कारज जिहड़े सीगे, संतां दे कारज सीगे, प्रभु परमात्मा ने आप अंग संग होके, एक हुंदे ने अपनी शक्ति दे नाल, पर इत्थे जदों कि सरोवर की सेवा हो रही है, श्री हरमंदिर साहब रामदास सरोवर नाते जिसनूं असीं कहने हैं ना, वैसे व्याख्या तो रामदास सरोवर की तो बड़ी होर पासे हैगी है। वो जल सरोवर की, वो नाम जल सरोवर जदों कि स्थापना होएगी तो प्रभु परमात्मा आप आया है, हर काम करावन आया राम। प्रभु परमात्मा जदों कि उत्थे सरोवर की सेवा हो रही है, जदों कि श्री गुरु ग्रंथ साहिब जी की रचना की जा रही हैगी है, रामसर सरोवर के किनारे विखे गुरु अर्जन देव जी महाराज जी ने भाई गुरदास जी के कोलों बाणी लिखवाई हैगी है। तो पहला जड़ा हुक्मनामा से सूहे राग से 783 अंग ते सीगा, ते सीगा कि प्रभु परमात्मा आप अंग संग होके उत्थे कार सवारन दे लिआया। सिख ने जदों भी कदी अरदास करनी है ना, कि वो समझ लो कि ओदी अरदास करन दी देर नहीं, ओदी अरदास कीती नहीं हैगी। तो प्रभु परमात्मा अंग संग होके ओदी बेनती नूं, ओदी डंडोत नूं, ओदी अरजोई नूं प्रवान करेगा। ये गल्लां दास ने अपने जीवन च बड़ियां वारियां देखियां ने कि कदी भी कोई तकलीफ आई है, कोई बीमारी है, कोई कारशुभ करन जा रहे हैं, कोई बच्चों की पढ़ाई के लिए, कोई नौकरी के लिए, कोई जॉब की प्रमोशन के लिए, कोई विदेश जाना, कुछ भी हैगा। एक अवलेखन गुरु ग्रंथ साहिब जी जड़े ने कि दूजे धार्मिक ग्रंथ जड़े ने वो जीवन मार्ग दसदे ने, वो राह दसदे ने, पर ग्रंथ साहिब जी नूं सिर्फ एक ग्रंथ ही ऐसा सिखां दा ग्रंथ जिहड़ा हैगा श्री गुरु ग्रंथ साहिब जी, जिहदे विच कि परमात्मा दी, प्रभु परमात्मा दी अपनी जोत दा प्रकाश उस दे अंदर है। कदी बाबा नंद सिंह जी कहते थे कि इहनूं कदी भुलेखे ना, कदी गलती दे नाल इह ना कह देना कि किताब हैगी आ। एक गुरु एक अख जिहड़ा है गुरु नानक दी अख हैगी आ। ये बाबा नंद सिंह जी बार बार कहते हैं कि जिन्हां ने श्री गुरु नानक साहिब के प्रतੱਖ दर्शन किए ने श्री गुरु ग्रंथ साहिब दे विचों, आखो सतनाम श्री वाहिगुरू। ताई तो बाणी कहती है ना कि भगतां दी सदा तू रखदा, हर जियो तूर तू रखदा आया, प्रहलाद जन तुद राख लियो, हर जियो हर नाकश मार पचाया, भगतां नूं जम जो न सके काल ना नेड़े जाए। और गुरबाणी की कहती है, गुरमुखां नूं प्रतीत है अर्जो मनमुख परम भुलाए, हर जिए तेरी वडियाई, भगतां की पैज रख तू स्वामी, भगत तेरी सरनाई। ते बाणी की कहती है कि भगतां नूं जम जो न सके काल ना नेड़े जाए। ये कौन ने? जिन्हां ने श्री गुरु ग्रंथ साहिब की बाणी की टेक ओट आसरा लिया। बाबा नंद सिंह जी श्री गुरु ग्रंथ साहिब जी नूं गर्मी के दिनों दे विच सिर ते रख के बाहर खुली हवा दे विच गुरु नानक साहिब जी नाल, गुरु ग्रंथ साहिब जी नाल गल्लां करदे सीगे। और ग्रंथ साहिब दे नाल गल्लां करनियां तो कहना कि भी जे मैनूं बंद कमरे च मैनूं गर्मी लगदी हैगी तो मेरे गुरु नानक नूं गर्मी लगेगी। एक प्रतੱਖ गुरु साहिबान आप बैठे ने, ये आप देख रहे ने, आप सुनते पे ने, आप ही समझते पे ने, पर समझने वाली सुरत, समझने वाली अख, समझने वाला ज्ञान साढ़े अंदर होना चाहिए है कि प्रभु परमात्मा साढ़े अंदर बैठा है। पर खोज ने असी उन्होंने करना है, भगती लैके नाम लैके चंगे काम करके संतोखी होके असी सेवा करके सिमरन करके असी अपने अंदरों गुरु नानक को प्रगट करना है। साढ़े अंदर गुरु नानक साहब जी बैठे ने, गुरु दसा पातशाह जो साढ़े अंदर बैठे ने। पर कदों गुरबाणी की कहती है कि भगतां दी सदा तू रखदा, हर जियो दूर तू रखदा आया, तू दूर दरगाह तो रखदा है कि सतगुरु मेरा सदा दयाला मोहे दीन को राख लिया, आगे ही ते सब कुछ अवर के जाने ज्ञाना, भूल चुकी अपना बारक बख्शे पहर में भगवाना, काटिया रोग महासुख पाया, अमृत मुख नाम दिया। तो गुरबाणी कहती है कि अनक पाप मेरे पर हरिया, बंधन काटे मुक्त पे। बंधन
ਸਾਡੇ ਅੰਦਰ ਜਿਹੜੇ ਮੈਂ ਵਾਲੇ, ਅਗਰ ਮੈਂ ਨੂੰ ਛੱਡ ਦੇਵੋ ਤਾਂ ਜੀਵਨ 'ਚ ਕੋਈ ਬੰਧਨ ਨਹੀਂ ਹੈਗਾ। ਜੇ ਤੂੰ ਕਰਦਾ ਰਵੇਂਗਾ ਤਾਂ ਫਿਰ ਦੇਖੋ ਅਸੀਂ ਹਮੇਸ਼ਾ ਮੁਕਤ ਹੋ ਜਾਵਾਂਗੇ। ਤੇ ਇਸੇ ਤਰ੍ਹਾਂ ਗੁਰਬਾਣੀ ਕਹਿੰਦੇ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜਿਉ, ਤੂੰ ਜੁਗਾ ਜੁਗਾ ਤੋਂ ਵੀ ਕਿ ਤੂੰ ਸੰਤਾਂ ਕਾ ਸਮਝ ਤੇਰੇ ਤੇਰੇ ਸੇਵਕ ਪਾਉ ਕਿਛ ਨਹੀਂ, ਜਮ ਨਹੀਂ ਆਵੇ ਨੇੜੇ। ਉਹਨਾਂ ਨੂੰ ਭਗਤਾਂ ਦੇ ਨੇੜੇ ਜਮ ਨਹੀਂ ਆਉਂਦਾ। ਭਗਤ ਜਿਹੜੇ ਨੇ ਕਿ ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਏ, ਜਨ ਮਰਨ ਦੂ ਮੈਂ ਨਾਏ, ਜਨ ਪਰ ਉਪਕਾਰੀ ਆਏ। ਜਿਹੜੇ ਭਗਤ ਜਨ ਹੁੰਦੇ ਨਾ ਉਹ ਜਨਮ ਮਰਨ ਦੇ ਗੇੜ 'ਚ ਨਹੀਂ ਹੁੰਦੇ। ਉਹ ਸੰਸਾਰ 'ਚ ਪਰ ਉਪਕਾਰ ਕਰਨ ਦੇ ਲਈ ਆਉਂਦੇ ਨੇ, ਉਹ ਜੀਵਨ ਦੀ ਭਲਾਈ ਕਰਨ ਦੇ ਲਈ ਆਉਂਦੇ ਨੇ। ਉਹਨਾਂ ਨੂੰ ਆਪਣੇ ਜੀਵਨ ਦਾ ਕੋਈ ਸਵਾਰਥ ਨਹੀਂ ਹੁੰਦਾ। ਉਹਨਾਂ ਦੇ ਮਨ 'ਚ ਇੱਕੋ ਹੀ ਭੁੱਖ ਹੁੰਦੀ ਹੈ, ਇੱਕੋ ਹੀ ਉਹਨਾਂ ਦੀ ਲਾਲਸਾ ਹੁੰਦੀ ਹੈ ਕਿ ਮੈਂ ਕਿਸ ਗਰੀਬਾਂ ਦੇ ਲਤਾੜਿਆਂ ਬੇਸਹਾਰਿਆਂ ਦੇ ਉੱਤੇ ਮੈਂ ਜਿਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ, ਇੱਕ ਮੈਂ ਨਿਆਂ ਦੀ ਆਵਾਜ਼ ਕਰਾਂ, ਇੱਕ ਮੈਂ ਨਿਆਂ ਦੀ ਆਵਾਜ਼ ਚੁੱਕਾਂ। ਉਹ ਕਦੇ ਵੀ ਜ਼ੁਲਮ ਨਹੀਂ ਹੋਣ ਦੇਣਗੇ। ਉਹ ਕਿਸੇ ਵੀ ਧਰਮ ਦੇ ਉੱਤੇ ਵੀ ਪੀੜਾ ਆਵੇਗੀ ਤਾਂ ਆਪਣੀ ਕੁਰਬਾਨੀਆਂ ਦੇ ਦੇਣ। ਇੱਕ ਬਾਲ ਅਵਸਥਾ ਦੇ ਵਿੱਚ ਧੰਨ ਕਲਗੀਧਰ ਪਿਤਾ ਦਸ਼ਮੇਸ਼ ਪਿਤਾ ਜੀ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਕਿ ਕਸ਼ਮੀਰੀ ਪੰਡਤ ਆਪ ਜੀ ਦੇ ਕੋਲ ਕਿਉਂ ਆਏ ਨੇ। ਤਾਂ ਗੁਰੂ ਸਾਹਿਬ ਜੀ ਨੇ, ਗੁਰੂ ਤੇਗ ਬਹਾਦਰ ਨਵੇਂ ਪਾਤਸ਼ਾਹ ਜੀ ਨੇ ਕਿਹਾ ਕਿ ਇਹਨਾਂ ਦੇ ਉੱਤੇ ਜਬਰਨ ਇਹਨਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ ਕਿ ਤੁਸੀਂ ਦੀਨ ਮੰਨੋ। ਔਰ ਇਹ ਸਾਡੇ ਕੋਲ ਆਏ ਨੇ, ਕਹਿੰਦੇ ਕਿ ਕਿਸੇ ਵੱਡੇ ਧਾਰਮਿਕ ਪੁਰਖ ਦੀ ਜਦੋਂ ਕੁਰਬਾਨੀ ਹੋਵੇਗੀ ਤਾਂ ਸ਼ਾਇਦ ਸਾਡਾ ਧਰਮ ਬਚ ਸਕਦਾ ਹੈਗਾ। ਦੇਖੋ ਅੱਜ ਦਾ ਸਮਾਜ ਇਸ ਨੂੰ ਕੁਚਲਣ ਦੇ ਲੱਗਾ ਹੋਇਆ, ਬਜਾਏ ਕਿ ਕੁਛ ਉਸ ਦੀ ਪਹਿਚਾਣ ਕਰਨ ਦੇ ਲਈ ਉਸ ਨੂੰ ਦਬਾਉਣ ਦੇ ਲੱਗਾ ਹੋਇਆ। ਤਾਂ ਕੀ ਕੀਤਾ ਗੁਰੂ ਤੇਗ ਬਹਾਦਰ ਜੀ ਨੇ? ਚਾਂਦਨੀ ਚੌਂਕ ਵਿਖੇ ਦੇਖ ਲਵੋ, ਜਦ ਕਿ ਔਰੰਗਜ਼ੇਬ ਦੇ ਲਈ ਕੋਈ ਸ਼ਮਸ਼ਾਨ ਦੇ ਉੱਤੇ ਕਬਰ ਤੇ ਕੋਈ ਉਹਦੀ ਪੁੱਛ ਗਿੱਛ ਨਹੀਂ ਹੈਗੀ, ਪਰ ਜਿੱਥੇ ਗੁਰੂ ਤੇਗ ਬਹਾਦਰ ਜੀ ਦਿੱਲੀ ਵਿਖੇ ਚਾਂਦਨੀ ਚੌਂਕ ਵਿਖੇ ਉਹਨਾਂ ਦਾ ਸੀਸ ਕਲਾਮ ਕੀਤਾ ਗਿਆ ਸੀਗਾ। ਪਰ ਕਿਆ ਦੇਖ ਲਓ ਕਿ ਅੱਜ ਉੱਥੇ ਦੁਨੀਆ ਕਿਸ ਤਰ੍ਹਾਂ ਆਨੰਦ ਮਾਣ ਰਹੀ ਔਰ ਬਖਸ਼ਿਸ਼ਾਂ ਲੈ ਰਹੇ ਨੇ ਉੱਥੋਂ। ਤਾਂ ਕੀ ਕਹਿੰਦੇ ਕਿ ਭਗਤਾਂ ਦੀ ਸਦਾ ਤੂੰ ਰੱਖਦਾ। ਇਹ ਸਾਰਾ ਜਿਹੜਾ ਸਾਨੂੰ ਸੰਦੇਸ਼ ਹੈ, ਸ਼ਕਤੀ ਹੈ, ਭਗਤੀ ਹੈ, ਇਹ ਮਿਲਦੀ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਰ ਤੋਂ। ਉਹ ਦਰ ਤੋਂ ਕਿਸ ਤਰ੍ਹਾਂ ਮਿਲਦੀ ਹੈ ਕਿ ਸਿੱਖ ਨੇ ਮਰਿਆਦਾ ਦੇ 'ਚ ਰਹਿ ਕੇ ਅਦਬ ਦੇ ਨਾਲ ਆਪਣੇ ਸਵੱਛ ਕੱਪੜੇ ਪਾ ਕੇ ਆਪਣੇ ਮਨ 'ਚੋਂ ਪ੍ਰੇਮ ਭਾਵਨਾ ਲਿਆ ਕੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਹੋ ਕੇ ਅਰਦਾਸ ਕਰੇਗਾ ਕਿ ਬਿਰਤੀ ਕਦੇ ਨਾ ਹੋਵੇ। ਤਾਂ ਜਦੋਂ ਸਿੱਖ ਨੇ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਮੇਰੇ 'ਤੇ ਕਿਰਪਾ ਕਰੋ, ਮੇਰੇ 'ਤੇ ਔਕੜ ਆਈ ਹੈ, ਮੇਰੇ 'ਤੇ ਭੀੜ ਆਈ ਹੈ, ਮੇਰੇ ਕਾਰਜ ਸਵਾਰ ਦੇਵੋ, ਮੇਰੇ ਬੱਚੇ ਦੀ ਪੜ੍ਹਾਈ ਹੈਗੀ ਹੈ, ਮੈਂ ਦੇਸ਼ ਵਿਦੇਸ਼ 'ਚ ਜਾਣਾ ਹੈਗਾ, ਮੈਂ ਸਫ਼ਰ ਕਰਨਾ ਹੈਗਾ, ਮੇਰੇ ਕਾਰੋਬਾਰ ਦੇ ਵਿੱਚ ਮੇਰੀ ਨੌਕਰੀ ਦੀ ਪ੍ਰਮੋਸ਼ਨ ਦੇ ਲਈ ਤੂੰ ਕਿਹੋ ਜਿਹੀ ਵੀ ਤੇਰੀ ਮੰਗ ਹੋਵੇ, ਭਗਤਾਂ ਦੀ ਸਦਾ ਤੂੰ ਰੱਖਦਾ, ਹਰ ਚੀਜ਼ ਤੁਰ ਤੂੰ ਰੱਖਦਾ ਆ। ਭਗਤ ਤੋਂ ਕੋਈ ਭੇਖ ਦਾ ਨਾਮ ਨਹੀਂ ਹੈ। ਭਗਤ ਤੁਸੀਂ ਆਪ ਬੈਠੇ ਪਰੀ ਸਾਧ ਸੰਗਤ ਬੈਠੇ ਹੋ ਨਾ, ਸੰਗਤ ਦੇ ਵਿੱਚ ਗੁਰਬਾਣੀ ਸੁਰ ਸ਼ਰਵਣ ਕਰ ਰਹੇ ਹੈਗੇ ਹੋ, ਇਹ ਸਾਡੇ ਅੰਦਰੋਂ ਹੈ। ਸਾਡੇ ਅੰਦਰੋਂ ਕਿਹੋ ਜਿਹੇ ਕਰਮ ਬਣਦੇ ਨੇ, ਅਸੀਂ ਕਿਹੋ ਜਿਹਾ ਕਰਮ ਸੋਚਦੇ ਹਾਂ, ਕਿਹੋ ਜਿਹਾ ਅਸੀਂ ਕਾਰ ਵਿਹਾਰ ਕਰਦੇ ਹਾਂ। ਗੁਰਬਾਣੀ ਕੀ ਕਹਿੰਦੀ ਹੈ ਕਿ ਲੱਖ ਸਿਗਾਰ ਬਣਾਇਆ ਕਾਰਜ ਨਾਇ ਕੇਤ, ਜਿਤ ਦਿਨ ਦੇ ਬਿਸੁਸੀ ਤਿਤ ਵੇਲੇ ਕੈਸਨ ਪ੍ਰੇਤ। ਇਹ ਸਰੀਰ ਕੀ ਅਭੂਤ ਹੈਗਾ ਆ। ਪਹਿਲਾਂ ਸਾਰੀ ਉਮਰ ਅਸੀਂ ਇਸ ਸਰੀਰ ਨੂੰ ਬੜਾ ਪਿਆਰ ਕਰਦੇ ਹਾਂ, ਰਿਸ਼ਤੇਦਾਰੀਆਂ ਨੂੰ ਪਿਆਰ ਕਰਦੇ ਹਾਂ, ਚੰਮ ਨੂੰ ਪਿਆਰ ਕਰਦੇ ਹਾਂ, ਪਰ ਜਿਸ ਦਿਨ ਇਹ ਸਰੀਰ ਦੇ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਤਾਂ ਫਿਰ ਉਹ ਰਿਸ਼ਤੇਦਾਰ ਜਿਹਨਾਂ ਨੂੰ ਤੂੰ ਪਿਆਰ ਕਰਦਾ ਹੈਗਾ ਆ, ਅੱਜ ਉਹ ਫਿਰ ਪ੍ਰੇਤ ਕਹਿਣ ਲੱਗ ਜਾਂਦੇ ਨੇ। ਪਰ ਸਾਰੀ ਉਮਰ ਤੂੰ ਉਹਨਾਂ ਦੇ ਪਦਾਰਥਾਂ ਦੇ ਪਿੱਛੇ ਲੱਗਾ ਰਿਹਾ ਹੈਗਾ ਆ। ਕੋਈ ਵਿਚਾਰ ਕਰ ਰਹੇ ਕਿ ਭਗਤਾਂ ਦੀ ਸਦਾ ਤੇ ਛੱਡ ਖੜੋਤੇ ਕਿੰਨੇ ਮੈਂ ਜਿਸੇ ਲੱਗਾ ਹੇਠ, ਸਾਰੇ ਜਿਤਨੇ ਵੀ ਪਦਾਰਥ ਸੀਗੇ ਤੇਰੇ ਇੱਕ ਸਕਿੰਟ ਦੇ ਵਿੱਚ ਸਾਰੇ ਤੇਰੇ ਪਰਾਏ ਹੋ ਗਏ।